ਮੁਗਲ ਸਾਮਰਾਜ ਦੇ ਪਤਨ ਦੇ ਕਾਰਨ 1707 ਈਸਵੀ ਤੋਂ ਬਾਅਦ ਪਤਨ ਕਿਵੇਂ ਹੋਇਆ, ਇਸ ਸੰਬੰਧੀ ਅਸੀਂ ਇਸ ਲੈਕਚਰ ਦੇ ਵਿੱਚ ਗੱਲ ਕਰਾਂਗੇ। 1707 ਈਸਵੀ ਵਿੱਚ ਔਰੰਗਜ਼ੇਬ ਦੀ ਮੌਤ ਦੇ ਨਾਲ ਹੀ ਮੁਗਲ ਸਾਮਰਾਜ ਦੀ ਸ਼ਾਨ ਤੇ ਸ਼ਕਤੀ ਜਾਂਦੀ ਰਹੀ ਤੇ ਇਸ ਦਾ ਪਤਨ ਆਰੰਭ ਹੋ ਗਿਆ। ਲੇਨਪੂਲ ਦੇ ਸ਼ਬਦਾਂ ਦੇ ਵਿੱਚ ਉਸ ਉੱਘੇ ਵਿਅਕਤੀ ਦੀ ਮੌਤ ਹੁੰਦਿਆਂ ਹੀ ਉਹਨਾਂ ਸਭ ਸ਼ਕਤੀਆਂ ਜਿਨ੍ਹਾਂ ਨੂੰ ਉਸਨੇ ਸ਼ਕਤੀ ਨਾਲ ਕੰਟਰੋਲ ਵਿੱਚ ਰੱਖਿਆ ਹੋਇਆ ਸੀ ਅਤੇ ਉਹਨਾਂ ਸਭ ਲੜਾਕੂ ਜਾਤੀਆਂ ਜੋ ਸਾਮਰਾਜ ਤੋਂ ਸੁਤੰਤਰ ਹੋਣ ਲਈ ਸੰਘਰਸ਼ ਕਰ ਰਹੀਆਂ ਸਨ ਨੇ ਬਗਾਵਤਾਂ ਕਰ ਦਿੱਤੀਆਂ ਅਤੇ ਇੱਕ ਅਜਿਹੀ ਤਰਥੱਲੀ ਮਚਾ ਦਿੱਤੀ ਜਿਸ ਨੂੰ ਕਾਬੂ ਕਰਨਾ ਔਖਾ ਸੀ। ਔਰੰਗਜ਼ੇਬ ਦੇ ਉੱਤਰਾਧਿਕਾਰੀਆਂ ਦੇ ਨਿਰਬਲ ਤੇ ਅਯੋਗ ਹੋਣ ਕਾਰਨ ਅਵਸਥਾ ਦਿਨੋਂ ਦਿਨ ਵਿਗੜਦੀ ਹੀ ਗਈ। ਵਿਦੇਸ਼ੀ ਹਮਲਿਆਂ ਨੇ ਅੰਦਰੂਨੀ ਬਗਾਵਤਾਂ ਦੇ ਸਿੱਟੇ ਵਜੋਂ ਸਾਮਰਾਜ ਪੂਰਨ ਰੂਪ ਦੇ ਵਿੱਚ ਖੇਰੂ ਖੇਰੂ ਹੋਣ ਲੱਗਿਆ। ਇਸ ਦਾ ਪਹਿਲਾ ਪੁਆਇੰਟ ਹੈ ਔਰੰਗਜ਼ੇਬ ਦੇ ਉੱਤਰਾਧਿਕਾਰੀਆਂ ਦੀ ਅਯੋਗਤਾ ਅਤੇ ਨਿਰਬਲਤਾ। 1707 ਈਸਵੀ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ, ਜਹਾਂਦਾਰ ਸ਼ਾਹ, ਫਰਖਸ਼ੀਰ, ਰਫੀ ਉਦ ਦਰਜਾਤ ਤੇ ਰਫੀ ਉਦ ਦੌਲਾ, ਮੁਹੰਮਦ ਸ਼ਾਹ, ਅਹਿਮਦ ਸ਼ਾਹ, ਆਲਮਗੀਰ ਦੂਜਾ, ਸ਼ਾਹ ਆਲਮ ਦੂਜਾ, ਅਕਬਰ ਦੂਜਾ ਅਤੇ ਬਹਾਦਰ ਸ਼ਾਹ ਦੂਜਾ ਨਾਮਕ ਸ਼ਾਸਕ ਆਪਣੇ ਵੱਡੇ ਵਡੇਰਿਆਂ ਵਾਂਗ ਨਾ ਤਾਂ ਵੀਰ ਯੋਧੇ ਸਨ ਤੇ ਨਾ ਹੀ ਯੋਗ ਰਾਜ ਪ੍ਰਬੰਧਕ ਸਨ। ਉਹਨਾਂ ਦੀ ਨਿਰਬਲਤਾ ਅਤੇ ਅਯੋਗਤਾ ਕਾਰਨ ਮੁਗਲ ਦਰਬਾਰ ਵਿੱਚ ਸਰਦਾਰ ਸਾਜ਼ਿਸ਼ਾਂ ਕਰਨ ਲੱਗੇ। ਸੂਬੇਦਾਰਾਂ ਅਤੇ ਸਾਮਰਾਜ ਦੇ ਦੂਜੇ ਵੈਰੀਆਂ ਨੇ ਬਗਾਵਤਾਂ ਕਰ ਦਿੱਤੀਆਂ ਅਤੇ ਵਿਦੇਸ਼ੀ ਹਮਲਾਵਰਾਂ ਨੇ ਸਾਮਰਾਜ ਨੂੰ ਲੁੱਟਣ ਲਈ ਹਮਲੇ ਕਰ ਦਿੱਤੇ। ਉਹ ਸਾਮਰਾਜ ਦੇ ਇਹਨਾਂ ਅੰਦਰੂਨੀ ਤੇ ਬਾਹਰਲੇ ਦੁਸ਼ਮਣਾਂ ਦਾ ਮੁਕਾਬਲਾ ਨਾ ਕਰ ਸਕੇ ਅਤੇ ਇਸ ਤਰ੍ਹਾਂ ਸਾਮਰਾਜ ਨੂੰ ਖੇਰੂ ਖੇਰੂ ਹੋਣ ਤੋਂ ਬਚਾਉਣ ਵਿੱਚ ਅਸਮਰੱਥ ਸਾਬਤ ਹੋਏ। ਦੂਸਰਾ ਪੁਆਇੰਟ ਹੈ ਮੁਗਲ ਦਰਬਾਰ ਵਿੱਚ ਸਰਦਾਰਾਂ ਦੀ ਗੁੱਟਬੰਦੀ। ਮੁਗਲ ਦਰਬਾਰ ਵਿੱਚ ਸਰਦਾਰਾਂ ਦੇ ਮੁੱਖ ਰੂਪ ਵਿੱਚ 3 ਗੁੱਟ ਸਨ। ਇਹਨਾਂ ਵਿੱਚੋਂ ਪਹਿਲਾ ਤੁਰਾਨੀਆਂ ਦਾ ਗੁੱਟ, ਦੂਜਾ ਈਰਾਨੀਆਂ ਦਾ ਗੁੱਟ ਤੇ ਤੀਸਰਾ ਹਿੰਦੁਸਤਾਨੀਆਂ ਦਾ ਗੁੱਟ। ਇਹ ਇੱਕ ਦੂਜੇ ਵਿਰੁੱਧ ਸਾਜ਼ਿਸ਼ਾਂ ਕਰਦੇ ਰਹਿੰਦੇ ਸਨ। ਇੱਕ ਗੁੱਟ ਦੇ ਸਰਦਾਰਾਂ ਨੇ ਵਿਰੋਧੀ ਗੁੱਟ ਦੇ ਸਰਦਾਰਾਂ ਅਤੇ ਕਈ ਮੁਗਲ ਸਮਰਾਟਾਂ ਨੂੰ ਕਤਲ ਕਰਵਾ ਦਿੱਤਾ। ਨਿਰਾਸ਼ ਹੋ ਕੇ ਕਈ ਮੁਗਲ ਸਰਦਾਰਾਂ ਨੇ ਹੀ ਵੱਖ-ਵੱਖ ਸੂਬਿਆਂ ਵਿੱਚ ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ। ਡਾਕਟਰ ਸਤੀਸ਼ ਚੰਦਰ ਨੇ ਆਪਣੀ ਪੁਸਤਕ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਸਰਦਾਰਾਂ ਦੀ ਅਜਿਹੀ ਗੁੱਟਬੰਦੀ ਮੁਗਲ ਸਾਮਰਾਜ ਦੇ ਪਤਨ ਦਾ ਮੁੱਖ ਕਾਰਨ ਸਿੱਧ ਹੋਈ ਸੀ। ਅਗਲਾ ਪੁਆਇੰਟ ਹੈ ਘਰੇਲੂ ਯੁੱਧ। 18ਵੀਂ ਸਦੀ ਵਿੱਚ ਰਾਜਗੱਦੀ ਸੰਬੰਧੀ ਅਤੇ ਸਰਦਾਰਾਂ ਦੇ ਵੱਖ-ਵੱਖ ਗੁੱਟਾਂ ਵਿੱਚ ਆਪਸੀ ਦੁਸ਼ਮਣੀ ਕਾਰਨ ਅਨੇਕਾਂ ਘਰੇਲੂ ਯੁੱਧ ਹੋਏ
ਜਿਨ੍ਹਾਂ ਦਾ ਸਾਮਰਾਜ ਦੀ ਸਥਿਰਤਾ ਉੱਤੇ ਬਹੁਤ ਬੁਰਾ ਪ੍ਰਭਾਵ ਪਿਆ। ਔਰੰਗਜ਼ੇਬ ਦੀ ਮੌਤ ਪਿੱਛੋਂ ਉਸ ਦੇ ਪੁੱਤਰਾਂ ਵਿੱਚ ਰਾਜ ਗੱਦੀ ਲਈ ਯੁੱਧ ਹੋਇਆ। ਰਾਜਕੁਮਾਰ ਮੁਅੱਜ਼ਮ ਅਤੇ ਰਾਜਕੁਮਾਰ ਆਜ਼ਮ ਵਿਚਕਾਰ 18 ਜੂਨ 1707 ਈਸਵੀ ਨੂੰ ਜਾਜੂ ਵਿਖੇ ਲੜਾਈ ਹੋਈ, ਜਿਸ ਵਿੱਚ ਆਜ਼ਮ ਦੀ ਹਾਰ ਹੋਈ। ਇਸ ਲੜਾਈ ਵਿੱਚ ਕੋਈ 10,000 ਸੈਨਿਕ ਤੇ ਬਹੁਤ ਸਾਰੇ ਬਹਾਦਰ ਸਰਦਾਰ ਮਾਰੇ ਗਏ ਸਨ। ਇਸ ਪਿੱਛੋਂ ਬਹਾਦਰ ਸ਼ਾਹ ਯਾਨੀ ਕਿ ਰਾਜਕੁਮਾਰ ਮੁਅੱਜ਼ਮ, ਜਿਸ ਨੂੰ ਬਹਾਦਰ ਸ਼ਾਹ ਦੇ ਨਾਮ ਨਾਲ ਜਾਣਿਆ ਗਿਆ, ਬਹਾਦਰ ਸ਼ਾਹ ਨੂੰ ਆਪਣੇ ਸਭ ਤੋਂ ਛੋਟੇ ਭਰਾ ਕਾਮ ਬਖਸ਼ ਵਿਰੁੱਧ ਹੈਦਰਾਬਾਦ ਦੇ ਨੇੜੇ 13 ਜਨਵਰੀ 1709 ਈਸਵੀ ਨੂੰ ਲੜਾਈ ਲੜਨੀ ਪਈ। ਇਸ ਵਿੱਚ ਕਾਮ ਬਖਸ਼ ਹਾਰ ਗਿਆ ਤੇ ਰਣ ਖੇਤਰ ਵਿੱਚ ਫੱਟੜ ਹੋ ਜਾਣ ਕਾਰਨ ਉਹਦੀ ਛੇਤੀ ਹੀ ਮੌਤ ਹੋ ਗਈ। ਬਹਾਦਰ ਸ਼ਾਹ ਦੀ ਮੌਤ ਪਿੱਛੋਂ ਉਸ ਦੇ 4 ਪੁੱਤਰਾਂ ਵਿੱਚ ਫਿਰ ਰਾਜਗੱਦੀ ਲਈ ਯੁੱਧ ਹੋਇਆ, ਜਿਸ ਵਿੱਚ ਉਸ ਦਾ ਸਭ ਤੋਂ ਵੱਡਾ ਪੁੱਤਰ ਜਹਾਂਦਾਰ ਸ਼ਾਹ ਜੇਤੂ ਰਿਹਾ। ਜਹਾਂਦਾਰ ਸ਼ਾਹ ਕੇਵਲ 1 ਸਾਲ ਹੀ ਰਾਜ ਕਰ ਸਕਿਆ। ਉਸ ਦੇ ਭਤੀਜੇ ਫਰਖਸ਼ੀਅਰ ਨੇ ਪਟਨਾ ਵਿਖੇ ਆਪਣੇ ਆਪ ਨੂੰ ਸਮਰਾਟ ਐਲਾਨ ਕਰ ਦਿੱਤਾ। ਉਸ ਨੇ ਬਿਹਾਰ ਤੇ ਇਲਾਹਾਬਾਦ ਦੇ ਗਵਰਨਰਾਂ ਸੱਜਦ ਹੁਸੈਨ ਅਲੀ ਖਾਂ ਤੇ ਸੱਜਦ ਅਬਦੁੱਲਾ ਖਾਂ ਦੀ ਸਹਾਇਤਾ ਨਾਲ ਜਨਵਰੀ 1713 ਈਸਵੀ ਵਿੱਚ ਜਹਾਂਦਾਰ ਸ਼ਾਹ ਵਿਰੁੱਧ ਯੁੱਧ ਕੀਤਾ। ਉਸ ਨੂੰ ਹਰਾਉਣ ਤੋਂ ਬਾਅਦ ਉਸ ਦੀ ਹੱਤਿਆ ਕਰਵਾ ਦਿੱਤੀ। ਫਰਖਸ਼ੀਅਰ ਦੇ ਸ਼ਾਸਨ ਕਾਲ ਦੇ ਅੰਤਮ ਦਿਨਾਂ ਵਿੱਚ ਸੱਜਦ ਭਰਾਵਾਂ ਨੇ ਸਮਰਾਟ ਵਿਰੁੱਧ ਸਫਲ ਸਾਜ਼ਿਸ਼ ਕੀਤੀ ਤੇ ਫਰਖਸ਼ੀਅਰ ਨੂੰ ਗੱਦੀ ਤੋਂ ਉਤਾਰ ਕੇ ਅੰਨਾ ਕਰਵਾ ਦਿੱਤਾ ਤੇ ਛੇਤੀ ਪਿੱਛੋਂ ਉਸ ਨੂੰ ਮਰਵਾ ਦਿੱਤਾ ਗਿਆ। ਜੇ ਦੇਖਿਆ ਜਾਵੇ, ਇਸ ਪਿੱਛੋਂ ਵੀ ਲੜਾਈ ਝਗੜੇ ਹੁੰਦੇ ਰਹੇ, ਜਿਸ ਵਿੱਚ ਸਮਰਾਟ ਤੇ ਸਰਦਾਰ ਹਿੱਸਾ ਲੈਂਦੇ ਰਹੇ। ਇਹਨਾਂ ਘਰੇਲੂ ਯੁੱਧਾਂ ਨੇ ਮੁਗਲ ਸਾਮਰਾਜ ਨੂੰ ਕਮਜ਼ੋਰ ਕਰ ਦਿੱਤਾ ਅਤੇ ਇਸ ਦੇ ਪਤਨ ਦਾ ਇੱਕ ਮਹੱਤਵਪੂਰਨ ਕਾਰਨ ਬਣੇ। ਇਸ ਦੇ ਨਾਲ ਹੀ ਹੈ ਕਿਸਾਨਾਂ ਦੀ ਅਵਸਥਾ ਵਿੱਚ ਵਿਗਾੜ। ਡਾਕਟਰ ਇਰਫਾਨ ਹਬੀਬ ਦੇ ਅਕੋਰਡਿੰਗ 18ਵੀਂ ਸਦੀ ਵਿੱਚ ਕਿਸਾਨਾਂ ਦੀ ਅਵਸਥਾ ਵਿੱਚ ਵਿਗਾੜ ਮੁਗਲ ਸਾਮਰਾਜ ਦੇ ਪਤਨ ਦਾ ਮੁੱਖ ਕਾਰਨ ਸੀ। 1707 ਤੋਂ ਲੈ ਕੇ 1740 ਈਸਵੀ ਦੇ ਦੌਰਾਨ ਦੇ ਮੁਗਲ ਸਮਰਾਟਾਂ ਦੇ ਸਮੇਂ ਸਾਮਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਮਨ ਤੇ ਵਿਵਸਥਾ ਨਾ ਹੋਣ ਕਾਰਨ ਗੜਬੜ ਮੱਚੀ ਰਹੀ। ਇਸ ਦਾ ਕ੍ਰਿਸ਼ੀ ਦੇ ਉੱਤੇ ਬੁਰਾ ਪ੍ਰਭਾਵ ਪਿਆ। ਅਜਿਹੇ ਹਾਲਾਤ ਵਿੱਚ ਜ਼ਿਮੀਂਦਾਰਾਂ ਨੇ, ਜਗੀਰਦਾਰਾਂ ਤੇ ਸਰਕਾਰੀ ਅਧਿਕਾਰੀਆਂ ਨੇ ਕਿਸਾਨਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਜਹਾਂਦਾਰ ਸ਼ਾਹ ਦੇ ਸਮੇਂ ਉਸ ਦੇ ਵਜ਼ੀਰ ਜ਼ੁਲਫਿਕਾਰ ਖਾਂ ਨੇ ਲਗਾਨ ਵਸੂਲ ਕਰਨ ਸੰਬੰਧੀ ਇਜਾਰਾ ਪ੍ਰਣਾਲੀ ਪ੍ਰਚਲਿਤ ਕਰ ਦਿੱਤੀ। ਇਸ ਨਾਲ ਸਰਕਾਰ ਨੂੰ ਤਾਂ ਭੂਮੀ ਕਰ ਵਜੋਂ ਇੱਕ ਨਿਸ਼ਚਿਤ ਰਕਮ ਪ੍ਰਾਪਤ ਹੋਣ ਲੱਗੀ, ਪਰੰਤੂ ਕਿਸਾਨਾਂ ਦਾ ਇਜਾਰੇਦਾਰਾਂ ਰਾਹੀਂ ਜ਼ਿਆਦਾ ਸ਼ੋਸ਼ਣ ਹੋਣ ਲੱਗਾ। ਆਉਣ ਵਾਲੇ ਸਾਲਾਂ ਵਿੱਚ ਕਿਸਾਨਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਹ ਭੁੱਖੇ ਮਰਨ ਲੱਗੇ। ਉਹਨਾਂ ਵਿੱਚੋਂ ਕਈ ਵਿਦਰੋਹੀਆਂ ਨਾਲ ਮਿਲ ਗਏ ਅਤੇ ਕਈ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿੱਚ ਚਲੇ ਗਏ।
ਜਾਗੀਰਦਾਰੀ ਪ੍ਰਣਾਲੀ ਦੇ ਸੰਕਟ ਦਾ ਤੀਬਰ ਹੋਣਾ। ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਅੰਤਲੇ ਵਰ੍ਹਿਆਂ ਵਿੱਚ ਜਾਗੀਰਦਾਰੀ ਪ੍ਰਣਾਲੀ ਵਿੱਚ ਸੰਕਟ ਆ ਗਿਆ ਸੀ। ਉਸ ਦੇ ਉੱਤਰਾਧਿਕਾਰੀਆਂ ਦੇ ਸਮੇਂ ਇਹ ਸੰਕਟ ਹੋਰ ਵੀ ਗੰਭੀਰ ਹੋ ਗਿਆ ਸੀ ਅਤੇ ਭਿਆਨਕ ਰੂਪ ਧਾਰਨ ਕਰ ਗਿਆ ਸੀ। ਸਮਰਾਟ ਬਹਾਦਰ ਸ਼ਾਹ ਨੇ ਮੁਗਲ ਅਧਿਕਾਰੀਆਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਉਹਨਾਂ ਨੂੰ ਅੰਨ੍ਹੇਵਾਹ ਜਗੀਰਾਂ ਦਿੱਤੀਆਂ ਅਤੇ ਵੱਡੇ ਛੋਟੇ ਸਭ ਅਧਿਕਾਰੀਆਂ ਦੀ ਪਦੋન્ਨਤੀ ਕਰ ਦਿੱਤੀ। ਇੱਥੋਂ ਤੱਕ ਕਿ ਉਸ ਨੇ ਕਲਰਕਾਂ ਨੂੰ ਵੀ ਉੱਚੀਆਂ ਮਨਸਬਾਂ ਸੌਂਪ ਦਿੱਤੀਆਂ। ਸਮਾਂ ਬੀਤਣ 'ਤੇ ਜਾਗੀਰਦਾਰੀ ਪ੍ਰਣਾਲੀ ਦਾ ਸੰਕਟ ਭਿਆਨਕ ਰੂਪ ਧਾਰਨ ਕਰ ਗਿਆ। ਇਸ ਕਾਰਨ ਸਰਦਾਰਾਂ ਤੇ ਮਨਸਬਦਾਰਾਂ ਦੇ ਆਪਸੀ ਲੜਾਈ ਝਗੜੇ ਵੱਧ ਗਏ ਅਤੇ ਉਹ ਸਾਰੇ ਸਾਮਰਾਜ ਦੇ ਹਿੱਤਾਂ ਦੀ ਕੋਈ ਪਰਵਾਹ ਨਾ ਕਰਦੇ ਹੋਏ ਆਪਣੇ ਸਵਾਰਥੀ ਹਿੱਤਾਂ ਦੀ ਪਾਲਣਾ ਕਰਨ ਲੱਗੇ। ਅਜਿਹੇ ਹਾਲਾਤ ਵਿੱਚ ਮੁਗਲ ਸਾਮਰਾਜ ਦਾ ਪਤਨ ਅਨਿਵਾਰੀ ਹੋ ਗਿਆ। 6ਵਾਂ ਪੁਆਇੰਟ, ਮਾਲੀ ਦਿਵਾਲੀਆਪਣ। ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਅੰਤਲੇ ਵਰ੍ਹਿਆਂ ਵਿੱਚ ਉਸ ਰਾਹੀਂ ਦੱਖਣ ਵਿੱਚ ਲੰਬੇ ਸਮੇਂ ਤੱਕ ਲੜੇ ਗਏ ਯੁੱਧਾਂ ਕਾਰਨ ਮੁਗਲ ਸਰਕਾਰ ਦੀ ਮਾਲੀ ਹਾਲਤ ਮੰਦੀ ਹੋ ਗਈ ਸੀ। ਔਰੰਗਜ਼ੇਬ ਦੇ ਉੱਤਰਾਧਿਕਾਰੀਆਂ ਦੇ ਸਮੇਂ ਮਾਲੀ ਹਾਲਤ ਦਿਵਾਲੀਆਪਣ ਦਾ ਰੂਪ ਧਾਰਨ ਕਰਨ ਲੱਗੀ। ਬਹਾਦਰ ਸ਼ਾਹ ਨੇ ਆਪਣੇ ਭਰਾਵਾਂ ਵਿਰੁੱਧ ਲੜੇ ਗਏ ਯੁੱਧਾਂ ਅਤੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਜਗੀਰਾਂ ਤੇ ਇਨਾਮਾਂ ਉੱਤੇ ਬਹੁਤ ਸਾਰਾ ਧਨ ਖਰਚ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਸ਼ਾਹੀ ਖਜ਼ਾਨਾ ਖਾਲੀ ਹੋ ਗਿਆ। ਉਸ ਦੇ ਸਮੇਂ ਸਾਮਰਾਜ ਦੀ ਆਮਦਨ ਤੋਂ ਸਾਰਾ ਖਰਚ ਪੂਰਾ ਨਹੀਂ ਹੁੰਦਾ ਸੀ, ਜਿਸ ਕਾਰਨ ਕਈ ਅਧਿਕਾਰੀਆਂ ਨੂੰ ਕਈ ਮਹੀਨੇ ਬਲਕਿ ਕਈ ਸਾਲ ਤਨਖਾਹਾਂ ਨਹੀਂ ਮਿਲਦੀਆਂ ਸਨ। ਸਮਾਂ ਬੀਤਣ 'ਤੇ ਸਾਮਰਾਜ ਦੀ ਆਮਦਨ ਵਧਣ ਦੀ ਬਜਾਏ ਘਟਦੀ ਗਈ। 1718 ਈਸਵੀ ਤੱਕ ਮੁਗਲਾਂ ਨੇ ਮਰਾਠਿਆਂ ਨੂੰ ਦੱਖਣ ਵਿੱਚ ਚੌਥ ਤੇ ਸਰਦੇਸ਼ਮੁਖੀ ਦਾ ਅਧਿਕਾਰ ਦੇ ਦਿੱਤਾ ਸੀ। ਇਸ ਤਰ੍ਹਾਂ ਦੱਖਣ ਤੋਂ ਪ੍ਰਾਪਤ ਆਮਦਨ ਦਾ ਲਗਭਗ ਅੱਧਾ ਹਿੱਸਾ ਮਰਾਠਿਆਂ ਕੋਲ ਚਲਿਆ ਗਿਆ। ਉੱਤਰੀ ਭਾਰਤ ਦੇ ਵੀ ਸਾਰੇ ਪ੍ਰਾਂਤਾਂ ਉੱਤੇ ਮੁਗਲ ਸਮਰਾਟਾਂ ਦਾ ਅਧਿਕਾਰ ਨਾ ਰਿਹਾ। ਵੱਖ-ਵੱਖ ਪ੍ਰਾਂਤਾਂ ਵਿੱਚ ਵਿਦਰੋਹ ਹੋਣ ਲੱਗੇ ਅਤੇ ਮੁਗਲ ਸਮਰਾਟ ਇਹਨਾਂ ਦੇ ਲਗਾਨ ਤੋਂ ਵੀ ਵਾਂਝਿਆ ਹੁੰਦੇ ਗਏ। ਇਸ ਤਰ੍ਹਾਂ ਵਿੱਤੀ ਤੇ ਪ੍ਰਸ਼ਾਸਨਿਕ ਸੰਕਟ ਨੇ ਰਾਜਨੀਤਿਕ ਵਿਘਟਨ ਦੀ ਪ੍ਰਕਿਰਿਆ ਨੂੰ ਤੀਬਰ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੀ ਹਾਲਤ ਵਿੱਚ ਵੀ ਮੁਗਲ ਰਾਜ ਦਾ ਅੰਤ ਨਾ ਹੋਇਆ ਅਤੇ ਇਸ ਪਿੱਛੋਂ ਵੀ ਇਹ ਕਈ ਸਾਲਾਂ ਤੱਕ ਚੱਲਦਾ ਰਿਹਾ। ਮੁਗਲ ਸੈਨਾ ਵਿੱਚ ਕਮਜ਼ੋਰੀਆਂ। ਮੁਗਲ ਸਮਰਾਟ ਅਕਬਰ ਨੇ ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕੀਤਾ ਸੀ ਅਤੇ ਮਨਸਬਦਾਰੀ ਪ੍ਰਣਾਲੀ ਦੀਆਂ ਊਣਤਾਈਆਂ ਦੇ ਬਾਵਜੂਦ ਮੁਗਲ ਸੈਨਾ ਨੇ ਸਾਮਰਾਜ ਲਈ ਅਨੇਕਾਂ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ ਸਨ। ਪਰੰਤੂ 17ਵੀਂ ਸਦੀ ਦੇ ਅੰਤਲੇ ਵਰ੍ਹਿਆਂ ਤੇ ਖਾਸ ਤੌਰ 'ਤੇ 18ਵੀਂ ਸਦੀ ਵਿੱਚ ਮੁਗਲ ਸੈਨਾ ਵਿੱਚ ਕਈ ਕਮਜ਼ੋਰੀਆਂ ਆ ਗਈਆਂ। ਜਿਵੇਂ ਜਗੀਰਾਂ ਦੀ ਕਮੀ ਕਾਰਨ ਮਨਸਬਦਾਰਾਂ ਦੇ ਆਪਸੀ ਲੜਾਈ ਝਗੜੇ ਬਹੁਤ ਵੱਧ ਗਏ। ਉਹ ਯੁੱਧ ਦੇ ਸਮੇਂ ਵੀ ਇੱਕ ਦੂਜੇ ਨੂੰ ਸਹਿਯੋਗ ਨਹੀਂ ਦਿੰਦੇ ਸਨ। ਇਸੇ ਤਰ੍ਹਾਂ ਮਨਸਬਦਾਰਾਂ ਨੇ
ਸ਼ਾਹੀ ਸੈਨਾ ਦੀ ਆਵਾਜਾਈ ਦਾ ਖਰਚ ਦੇਣਾ ਬੰਦ ਕਰ ਦਿੱਤਾ ਸੀ ਅਤੇ ਇਹ ਖਰਚ ਹੁਣ ਸਮਰਾਟ ਨੂੰ ਦੇਣਾ ਪੈਂਦਾ ਸੀ। ਇਸ ਤੋਂ ਇਲਾਵਾ ਮਨਸਬਦਾਰ ਅਤੇ ਸੈਨਿਕ ਅਧਿਕਾਰੀ ਆਪਣੇ ਪਾਸ ਨਿਸ਼ਚਿਤ ਸੰਖਿਆ ਵਿੱਚ ਘੋੜਸਵਾਰ ਵੀ ਨਹੀਂ ਰੱਖਦੇ ਸਨ। 18ਵੀਂ ਸਦੀ ਵਿੱਚ ਮੁਗਲ ਸੈਨਿਕ ਅਧਿਕਾਰੀ ਸਮਰਾਟ ਅਤੇ ਸਾਮਰਾਜ ਪ੍ਰਤੀ ਵਫਾਦਾਰ ਨਹੀਂ ਰਹੇ ਸਨ ਅਤੇ ਅਕਸਰ ਦੁਸ਼ਮਣਾਂ ਨਾਲ ਸਾਜ਼ਬਾਜ਼ ਕਰਕੇ ਆਪਣੇ ਸਵਾਰਥੀ ਹਿੱਤਾਂ ਦੀ ਪਾਲਣਾ ਕਰਦੇ ਸਨ। ਜਿਵੇਂ ਇਰਵਨ ਲਿਖਦੇ ਨੇ, ਸਾਮਰਾਜ ਦੇ ਅੰਤਲੇ ਵਰ੍ਹਿਆਂ ਵਿੱਚ ਮੁਗਲ ਸੈਨਿਕਾਂ ਵਿੱਚ ਸਭ ਤਰ੍ਹਾਂ ਦੇ ਔਗਣ ਮੌਜੂਦ ਸਨ। ਅਜਿਹੀ ਅਵਸਥਾ ਵਿੱਚ ਸੈਨਿਕ ਸ਼ਕਤੀ ਉੱਤੇ ਨਿਰਭਰ ਰਾਜ ਦਾ ਖੇਰੂ ਹੋਣਾ ਲਾਜ਼ਮੀ ਸੀ। ਇਸੇ ਵਿਸ਼ੇ 'ਤੇ ਬਾਕੀ ਗੱਲ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਧੰਨਵਾਦ।